ਪੰਜ ਤੱਤਾਂ ਦੀ ਜੜਤ ਦੇ ਤਿਆਰ ਸਰੀਰ ਵਿੱਚ ਕਦੇ ਕੋਈ ਵਿਘਨ ਵੀ ਪੈ ਜਾਂਦਾ ਹੈ। ਸਰੀਰ ਦੇ ਨਾਲ ਦੋ ਚੀਜ਼ਾਂ ਨੇ ਜਨਮ ਲਿਆ ਹੈ, ਦੁੱਖ ਤੇ ਸੁੱਖ। ਅਰੋਗ ਸਰੀਰ ਸਾਰੇ ਆਨੰਦ ਮਾਣਦਾ ਹੈ, ਪਰ ਰੋਗੀ ਸਰੀਰ ਦੇ ਅੱਗੇ ਰੱਖੇ ਪਦਾਰਥ ਮਿੱਟੀ ਦੇ ਸਮਾਨ ਹਨ। ਦੁੱਖ ਤਿੰਨ ਪ੍ਰਕਾਰ ਦੇ ਹਨ, ਆਦ, ਵਿਆਦ ਤੇ ਉਪਾਦ। ਆਦ ਦੁੱਖ ਹੈ ਮਾਤਾ ਦੇ ਪੇਟ ਵਿੱਚ ਹੀ ਰੋਗ ਲੱਗ ਜਾਣਾ ਤੇ ਰੋਗ ਸਮੇਤ ਹੀ ਜਨਮ ਲੈਣਾ। ਵਿਆਦ ਜਨਮ ਲੈਣ ਸਮੇਂ ਜਾਂ ਉਸ ਤੋਂ ਬਾਅਦ ਤੇ ਰੋਗ ਲੱਗਣਾ। ਉਪਾਦ ਲੜਾਈ ਹੋ ਕੇ ਜਾਂ ਕਿਸੇ ਹੋਰ ਦੁਰਘਟਨਾ ਵਿੱਚ ਸਰੀਰ ਰੋਗੀ ਹੋ ਜਾਣਾ। ਦੁੱਖ ਤਾਂ ਹੋਰ ਵੀ ਕਈ ਕਿਸਮ ਦੇ ਹਨ, ਪਰ ਮੋਢੇ ਤਿੰਨ ਹੀ ਹਨ। ਡਾਕਟਰ ਵੈਦ ਦਾ ਇਲਾਜ ਸਾਇੰਸ ਦੇ ਤਰੀਕੇ ਨਾਲ ਦੱਸਦੇ ਹਨ ਜਾਂ ਜੜੀ ਬੂਟੀਆਂ ਰਾਹੀਂ, ਪਰ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਆਖਦੇ ਹਨ, ਸਰਬ ਰੋਗ ਕਾ ਔਖਦ ਨਾਮ। ਆਪ ਵਾਹਿਗੁਰੂ ਹੈ ਜਾਂ ਉਹਦੇ ਨਾਮ ਵਿੱਚ ਸ਼ਕਤੀ ਹੈ। ਬਾਬਾ ਜੀ ਦੀ ਹਜ਼ੂਰੀ ਵਿੱਚ ਜਿੰਨੇ ਵੀ ਸੇਵਕ ਸਨ, ਸਭ ਨੂੰ ਹੁਕਮ ਸੀ ਕਿ ਕੋਈ ਵੀ ਬਿਮਾਰ ਹੋਵੇ ਦਵਾਈ ਨਹੀਂ ਲੈਣੀ। ਬਿਮਾਰ ਹੋਣ ਤੇ ਸੇਵਕ ਨੇ ਬੇਨਤੀ ਕਰਨੀ ਤਾਂ ਹੁਕਮ ਕਰਨਾ। ਇਹਨੂੰ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਪਾਠ ਸੁਣਾਓ। ਜਿੰਨੇ ਵੀ ਪਾਠ ਸੁਣਾਉਣ ਦਾ ਹੁਕਮ ਹੁੰਦਾ ਉਸ ਸਮੇਂ ਤੱਕ ਸਰੀਰ ਤੰਦਰੁਸਤ ਹੋ ਜਾਂਦਾ। ਕਈ ਵਾਰ ਭਾਈ ਡਰੋਲੀ ਜੀ ਪਰਿਵਾਰ ਸਮੇਤ ਬਿਮਾਰ ਹੋ ਜਾਣਾ ਤਾਂ ਜਪਜੀ ਸਾਹਿਬ ਦੇ ਪਾਠ ਸੁਣਾ ਕੇ ਉਹ ਰੋਗ ਕਰ ਦੇਣਾ। ਮਹਾਰਾਜਾ ਭੁਪਿੰਦਰ ਸਿੰਘ ਦੀ ਰਾਣੀ ਦਲੀਪ ਕੌਰ ਕਈ ਵਾਰ ਦਰਸ਼ਨ ਕਰਨ ਆਉਂਦੀ। ਉਹਨੇ ਆਪਣੇ ਕਸ਼ਟਾਂ ਬਾਰੇ ਕਈ ਵਾਰ ਬੇਨਤੀ ਕਰਨੀ ਤਾਂ ਹਜ਼ੂਰ ਨੇ ਬਚਨ ਕਰਨੇ ਕਿ ਬੀਬੀ ਸਹਿਜ ਪਾਠ ਕਰਾਓ। ਰਾਣੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਚੰਗਾ ਪਾਠੀ ਦਿਓ। ਸਾਡੇ ਕੋਲ ਤਾਂ ਵਰਿਆਮ ਸਿੰਘ ਪਾਠੀ ਏ, ਉਹਨੂੰ ਪੁੱਛ ਲੈਂਦੇ ਹਾਂ। ਹਜ਼ੂਰ ਨੇ ਉੱਤਰ ਦਿੱਤਾ। ਸੇਵਕ ਭੇਜ ਕੇ ਪਾਠੀ ਵਰਿਆਮ ਸਿੰਘ ਨੂੰ ਸੱਦ ਲਿਆ, ਪਰ ਉਹਨੇ ਪਟਿਆਲੇ ਜਾਣ ਤੋਂ ਆਪਣੀ ਮਜਬੂਰੀ ਜ਼ਾਹਰ ਕੀਤੀ। ਮਹਾਰਾਣੀ ਨੇ ਹੁਕਮ ਅਨੁਸਾਰ ਘਰ ਵਿੱਚ ਹੀ ਪਾਠ ਕਰਵਾ ਲੈਣ ਲਈ ਆਗਿਆ ਲਈ। ਇਸ ਤਰ੍ਹਾਂ ਵਰਿਆਮ ਸਿੰਘ ਮਹਾਰਾਣੀ ਦੀ ਤਰਫੋਂ ਕਈ ਸਾਲ ਘਰ ਵਿੱਚ ਹੀ ਪਾਠ ਕਰਦਾ ਰਿਹਾ। ਸੇਵਾ ਰਾਜ ਪਰਿਵਾਰ ਵੱਲੋਂ ਹੁੰਦੀ ਰਹੀ। ਕਈ ਵਾਰ ਰਾਜਾ ਭੁਪਿੰਦਰ ਸਿੰਘ ਆਪਣਾ ਗ੍ਰੰਥੀ ਪੁੱਛੋ ਭੇਜ ਕੇ ਪਤਾ ਕਰਦਾ ਕਿ ਪਾਠ ਹੋ ਰਹੇ ਹਨ ਕਿ ਨਹੀਂ। ਬਾਬਾ ਨੰਦ ਸਿੰਘ ਜੀ ਅਤੇ ਪੁੱਛੋ ਵਾਲੇ ਬਾਬਾ ਜੀ ਦੀ ਅਭੇਦਤਾ। ਜਿਸ ਪਰਮੇਸ਼ਰ ਰੂਪ ਮਹਾਂਪੁਰਖ ਕੋਲ ਬੈਠਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਏ, ਉਹਦੇ ਬੋਲਾਂ ਵਿੱਚ ਮਨ ਦੀ ਗਹਿਰਾਈ ਦੇ ਰਬਾਬ ਦੀਆਂ ਤਾਰਾਂ ਛੇੜਨ ਦੀ ਸਮਰੱਥਾ ਹੁੰਦੀ ਏ। ਉਹਨਾਂ ਵਿੱਚ ਮਨ ਦੇ ਗਹਿਰੇ ਡੂੰਘੇ ਸਮੁੰਦਰ ਵਿੱਚੋਂ ਮੋਤੀ ਕਲਯੁਗੀ ਮੱਛਾਂ ਤੋਂ ਬਚਾ ਲੈ ਕੱਢ ਲੈਣ ਦੀ ਤਾਕਤ ਹੁੰਦੀ ਏ। ਉਹਨਾਂ ਦੇ ਦਰਸ਼ਨ ਕਰਨ ਨਾਲ ਮਨੁੱਖੀ ਜ਼ਿੰਦਗੀ ਨੂੰ ਸੰਸਾਰ ਵਿੱਚ ਆਉਣ ਦੇ ਅਸਲੀ ਮਕਸਦ ਦਾ ਅਹਿਸਾਸ ਹੁੰਦਾ ਹੈ। ਬਾਵਨ ਚੰਦਨ ਸਾਰੇ ਬਨਸਪਤੀ ਨੂੰ ਚੰਦਨ ਕਰਦਾ ਹੈ, ਪਰ ਉਹਦੇ ਨੇੜੇ ਖੜੇ ਬਾਂਸ ਵਿੱਚ ਸੁਗੰਧੀ ਨਹੀਂ ਸਕਦੀ। ਪੰਜ ਤੱਤਾਂ ਦੀ ਜੜਤ ਦੇ ਤਿਆਰ ਸਰੀਰ ਵਿੱਚ ਕਦੇ ਕੋਈ ਵਿਘਨ ਵੀ ਪੈ ਜਾਂਦਾ ਹੈ। ਸਰੀਰ ਦੇ ਨਾਲ ਦੋ ਚੀਜ਼ਾਂ ਨੇ ਜਨਮ ਲਿਆ ਹੈ, ਸੁੱਖ ਤੇ ਦੁੱਖ। ਅਰੋਗ ਸਰੀਰ ਸਾਰੇ ਆਨੰਦ ਮਾਣਦਾ ਹੈ, ਪਰ ਰੋਗੀ ਸਰੀਰ ਦੇ ਅੱਗੇ ਰੱਖੇ ਪਦਾਰਥ ਮਿੱਟੀ ਦੇ ਸਮਾਨ ਹਨ। ਦੁੱਖ ਤਿੰਨ ਪ੍ਰਕਾਰ ਦੇ ਹਨ, ਆਦ, ਵਿਆਦ, ਉਪਾਦ। ਆਦ ਦੁੱਖ ਹੈ ਮਾਤਾ ਦੇ ਪੇਟ ਵਿੱਚ ਹੀ ਰੋਗ ਲੱਗ ਜਾਣਾ ਤੇ ਰੋਗ ਸਮੇਤ ਜਨਮ ਲੈਣਾ। ਵਿਆਦ ਜਨਮ ਲੈਣ ਸਮੇਂ ਜਾਂ ਉਹਦੇ ਤੋਂ ਬਾਅਦ ਰੋਗ ਲੱਗਣਾ। ਉਪਾਦ ਲੜਾਈ ਹੋ ਕੇ ਜਾਂ ਕਿਸੇ ਹੋਰ ਦੁਰਘਟਨਾ ਹੋਣ ਕਰਕੇ ਸਰੀਰ ਰੋਗੀ ਹੋ ਜਾਣਾ। ਦੁੱਖ ਤੇ ਹੋਰ ਵੀ ਕਈ ਕਿਸਮ ਦੇ ਨੇ, ਪਰ ਮੋਢੇ ਤਿੰਨ ਹੀ ਨੇ। ਡਾਕਟਰ ਵੈਦ ਇਹਦਾ ਇਲਾਜ ਸਾਇੰਸ ਦੇ ਤਰੀਕੇ ਨਾਲ ਦੱਸਦੇ ਹਨ ਜਾਂ ਜੜੀ ਬੂਟੀਆਂ ਰਾਹੀਂ, ਪਰ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਆਖਦੇ ਹਨ, ਸਰਬ ਰੋਗ ਕਾ ਔਖਦ ਨਾਮ। ਆਪ ਵਾਹਿਗੁਰੂ ਜਾਂ ਉਹਦੇ ਨਾਮ ਵਿੱਚ ਇਹ ਸ਼ਕਤੀ ਹੈ। ਇਹ ਬਾਬਾ ਜੀ ਦੀ ਹਜ਼ੂਰੀ ਵਿੱਚ ਜਿੰਨੇ ਵੀ ਸੇਵਕ ਸਨ, ਸਭ ਨੂੰ ਇਹੀ ਹੁਕਮ ਸੀ, ਕੋਈ ਵੀ ਬਿਮਾਰ ਹੋਵੇ ਦਵਾਈ ਨਹੀਂ ਲੈਣੀ। ਬਿਮਾਰ ਹੋਣ ਤੇ ਸੇਵਕ ਨੇ ਬੇਨਤੀ ਕਰਨੀ ਤਾਂ ਉਹਨੂੰ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਪਾਠ ਸੁਣਾਓ। ਜਿੰਨੇ ਵੀ ਪਾਠ ਸੁਣਾਉਣ ਦਾ ਹੁਕਮ ਹੁੰਦਾ ਉਸ ਸਮੇਂ ਤੱਕ ਸਰੀਰ ਤੰਦਰੁਸਤ ਹੋ ਜਾਂਦਾ। ਕਈ ਵਾਰ ਭਾਈ ਡਰੋਲੀ ਜੀ ਨੇ ਪਰਿਵਾਰ ਸਮੇਤ ਬਿਮਾਰ ਹੋ ਜਾਣਾ ਤਾਂ ਜਪਜੀ ਸਾਹਿਬ ਦੇ ਪਾਠ ਸੁਣਾ ਕੇ ਆਰੋਗ ਕਰ ਦੇਣਾ। ਮਹਾਰਾਜਾ ਭੁਪਿੰਦਰ ਸਿੰਘ ਦੀ ਰਾਣੀ ਦਲੀਪ ਕੌਰ ਕਈ ਵਾਰ ਦਰਸ਼ਨ ਕਰਨ ਆਉਂਦੀ। ਉਹਨੇ ਆਪਣੇ ਕਸ਼ਟਾਂ ਬਾਰੇ ਕਈ ਵਾਰ ਬੇਨਤੀ ਕਰਨੀ ਤਾਂ ਹਜ਼ੂਰ ਨੇ ਬਚਨ ਕਰਨੇ, ਬੀਬੀ ਸਹਿਜ ਪਾਠ ਕਰਾਓ। ਰਾਣੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਚੰਗਾ ਪਾਠੀ ਦਿਓ। ਸਾਡੇ ਕੋਲ ਤਾਂ ਵਰਿਆਮ ਸਿੰਘ ਪਾਠੀ ਹੈ, ਉਹਨੂੰ ਪੁੱਛ ਲੈਂਦੇ ਹਾਂ। ਹਜ਼ੂਰ ਨੇ ਉੱਤਰ ਦੇਣਾ। ਸੇਵਕ ਭੇਜ ਕੇ ਪਾਠੀ ਵਰਿਆਮ ਸਿੰਘ ਨੂੰ ਸੱਦਿਆ ਗਿਆ, ਪਰ ਉਹਨੇ ਪਟਿਆਲੇ ਜਾਣ ਤੋਂ ਆਪਣੀ ਮਜਬੂਰੀ ਜ਼ਾਹਰ ਕੀਤੀ। ਮਹਾਰਾਣੀ ਨੇ ਹੁਕਮ ਅਨੁਸਾਰ ਘਰ ਹੀ ਪਾਠ ਕਰਵਾ ਲੈਣ ਲਈ ਆਗਿਆ ਲੈ ਲਈ। ਇਸੇ ਤਰ੍ਹਾਂ ਵਰਿਆਮ ਸਿੰਘ ਮਹਾਰਾਣੀ ਦੀ ਤਰਫੋਂ ਕਈ ਸਾਲ ਘਰ ਵਿੱਚ ਹੀ ਪਾਠ ਕਰਦਾ ਰਿਹਾ। ਸੇਵਾ ਰਾਜ ਪਰਿਵਾਰ ਵੱਲੋਂ ਹੁੰਦੀ ਸੀ। ਕਈ ਵਾਰ ਰਾਜਾ ਭੁਪਿੰਦਰ ਸਿੰਘ ਨੇ ਆਪਣਾ ਗ੍ਰੰਥੀ ਪੁੱਛੋ ਭੇਜ ਕੇ ਪਤਾ ਕਰਨਾ ਕਿ ਪਾਠ ਹੋ ਰਹੇ ਹਨ ਕਿ ਨਹੀਂ। ਬਾਬਾ ਨੰਦ ਸਿੰਘ ਜੀ ਅਤੇ ਪੁੱਛੋ ਵਾਲੇ ਬਾਬਾ ਜੀ ਦੀ ਅਭੇਦਤਾ। ਜਿਸ ਪਰਮੇਸ਼ਰ ਰੂਪ ਮਹਾਂਪੁਰਖ ਕੋਲ ਬੈਠਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਏ, ਉਹਦੇ ਬੋਲਾਂ ਵਿੱਚ ਮਨ ਦੀ ਗਹਿਰਾਈ ਦੇ ਰਬਾਬ ਦੀਆਂ ਤਾਰਾਂ ਛੇੜਨ ਦੀ ਸਮਰੱਥਾ ਹੁੰਦੀ ਏ।
ਉਹਨਾਂ ਵਿੱਚ ਮਨ ਦੇ ਗਹਿਰੇ ਡੂੰਘੇ ਸਮੁੰਦਰ ਵਿੱਚੋਂ ਮੋਤੀ ਕਲਯੁਗੀ ਮੱਛਾਂ ਤੋਂ ਬਚਾ ਕੇ ਕੱਢ ਲੈਣ ਦੀ ਤਾਕਤ ਹੁੰਦੀ ਹੈ। ਉਹਨਾਂ ਦੇ ਦਰਸ਼ਨ ਕਰਨ ਨਾਲ ਮਨੁੱਖੀ ਜ਼ਿੰਦਗੀ ਨੂੰ ਸੰਸਾਰ ਵਿੱਚ ਆਉਣ ਦੇ ਅਸਲੀ ਮਕਸਦ ਦਾ ਅਹਿਸਾਸ ਹੁੰਦਾ ਹੈ। ਬਾਵਨ ਚੰਦਨ ਸਾਰੀ ਬਨਸਪਤੀ ਨੂੰ ਚੰਦਨ ਕਰਦਾ ਹੈ, ਪਰ ਉਹਦੇ ਨੇੜੇ ਖੜੇ ਬਾਂਸ ਵਿੱਚ ਸੁਗੰਧੀ ਨਹੀਂ ਪੈ ਸਕਦੀ। ਗੁਰਮੁਖ ਦੇ ਮਨ ਦੀ ਅਵਸਥਾ ਤਾਂ ਇਹ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਉਹਦਾ ਜਿਉਣ ਤਾਂ ਗੁਰੂ ਦੇ ਦਰਸ਼ਨਾਂ ਦੇ ਆਸਰੇ ਹੈ। ਪਰ ਮਨਮੁਖ ਦੀ ਦਸ਼ਾ ਤਾਂ ਉਸ ਉੱਲੂ ਵਰਗੀ ਹੈ ਜੋ ਸੂਰਜ ਵਿੱਚ ਵੀ ਮਨ ਤਨ ਦਾ ਅੰਨਾ ਹੈ। ਸੱਚੇ ਨਿਊ ਵਾਲੇ ਦੇ ਹਿਰਦੇ ਤਾਂ ਅਵੱਲੜੇ ਜਿਹੀ ਕਸ਼ਿਸ਼ ਸਤਿਗੁਰਾਂ ਦੇ ਦਰਸ਼ਨਾਂ ਲਈ ਰਹਿੰਦੀ ਹੈ। ਇਹ ਖਿੱਚ ਦਰਸਾਉਂਦੀ ਹੈ ਇਹ ਸਾਖੀ। ਇੱਕ ਵਾਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਹਜੂਰ ਬਾਬਾ ਜੀ ਪੁੱਚੋ ਵਾਲਿਆਂ ਦੇ ਦਰਸ਼ਨ ਕਰਨ ਪੁੱਚੋ ਕਲਾ ਆਏ। ਕੁਝ ਸਾਧੂ ਪਹਿਲਾਂ ਹੀ ਬੇਨਤੀ ਕਰ ਰਹੇ ਸਨ ਦਰਸ਼ਨ ਕਰਨ ਲਈ। ਇਕੱਠੇ ਹੀ ਆਗਿਆ ਮਿਲੀ ਤੇ ਅੰਦਰ ਲੰਘ ਗਏ। ਬਾਬਾ ਜੀ ਬਹੁਤ ਪ੍ਰਸੰਨ ਹੋਏ ਤੇ ਸੁੱਖ ਸਾਂਦ ਪੁੱਛੀ। ਹੋਰ ਵੀ ਖੁਸ਼ੀ ਦੇ ਬਚਨ ਕੀਤੇ। ਦੂਸਰੇ ਮਹਾਤਮਾ ਪਹਿਰਾਵਾ ਵੇਖ ਕੇ ਹੈਰਾਨ ਸਨ ਕਿ ਕਿੱਥੇ ਬਾਬਾ ਨੰਦ ਸਿੰਘ ਤੇ ਕਿੱਥੇ ਬਾਬਾ ਜੀ ਮਹਾਰਾਜ। ਕਿੰਨਾ ਅੰਤਰ ਹੈ, ਫਿਰ ਵੀ ਇਹ ਚਰਨੀ ਹੱਥ ਲਾ ਰਹੇ ਹਨ। ਉਹਨਾਂ ਦੀ ਹੈਰਾਨੀ ਦੂਰ ਕਰਨ ਲਈ ਹਜੂਰ ਬਾਬਾ ਜੀ ਮਹਾਰਾਜ ਨੇ ਬਚਨ ਕੀਤਾ, ਸੰਤ ਜਨੋ ਤੁਸੀਂ ਵਿਦਿਆ ਅਭਿਆਸ ਕਿੰਨੇ ਬਰਸ ਕੀਤੀ ਹੈ? ਸਭ ਨੇ ਆਪੋ ਆਪਣਾ ਸਮਾਂ ਦੱਸਿਆ। ਕਿਸੇ ਦਾ 10 ਸਾਲ, ਕਿਸੇ ਦਾ 5 ਸਾਲ, ਕਿਸੇ ਦਾ 8 ਸਾਲ। ਮੁੰਸ਼ੀ ਜੀ ਨੂੰ ਹੁਕਮ ਕੀਤਾ ਸਭ ਦਾ ਜੋੜ ਕਰਕੇ ਦੱਸੋ। ਮੁੰਸ਼ੀ ਜੀ ਨੇ ਜੋੜ ਦੱਸਿਆ 30 ਸਾਲ ਬਣਦੇ ਹਨ। ਸੰਸੇ ਤੁਹਾਡੇ ਫਿਰ ਵੀ ਨਿਵਰਤ ਨਹੀਂ ਹੋਏ। ਵਚਨ ਹੋਇਆ ਕਰਮ ਅਕਰਮ ਵਿਚਾਰੀਏ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੇ ਬਸੇ ਕੌਣ ਹਿਰੇ ਅਭਿਮਾਨ। ਗੌੜੀ ਅੰਗ 346। ਬਾਬਾ ਆਨੰਦ ਸਿੰਘ ਜੀ ਨੂੰ ਕੁਝ ਬਚਨ ਪੁੱਛੇ। ਬਾਬਾ ਜੀ ਨੇ ਉੱਤਰ ਦਿੱਤਾ। ਇਹ ਬਚਨ ਉਹਨਾਂ ਬੈਠੇ ਸਾਧੂਆਂ ਨਾਲ ਸੰਬੰਧ ਰੱਖਦੇ ਸਨ। ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਦੇ ਪ੍ਰਸ਼ਨ ਅਤੇ ਬਾਬਾ ਆਨੰਦ ਸਿੰਘ ਜੀ ਦੇ ਉੱਤਰ ਸਾਧੂਆਂ ਨੂੰ ਅਚਰਜ ਕਰ ਰਹੇ ਸਨ। ਪੁੱਚੋ ਵਾਲਿਆਂ ਨੇ ਸਾਧੂਆਂ ਵੱਲ ਤੱਕਿਆ ਤੇ ਹੱਸ ਕੇ ਬਚਨ ਕੀਤਾ, ਕਿਉਂ ਸੰਤ ਜੀ ਤੁਹਾਡੇ ਸਾਰਿਆਂ ਦੇ ਸੰਸੇ ਮਿਟ ਗਏ ਹਨ? ਉਹਨਾਂ ਨੇ ਝੁਕ ਕੇ ਨਮਸਕਾਰ ਕੀਤੀ ਤੇ ਬੋਲੀ, ਜੀ ਹਾਂ ਮਹਾਰਾਜ। ਫਿਰ ਹੁਕਮ ਹੋਇਆ ਲੰਗਰ ਤਿਆਰ ਹੈ, ਭੋਜਨ ਛਕੋ। ਲੰਗਰ ਵਿੱਚ ਗਏ ਤਾਂ ਮੂੰਗੀ ਦੀ ਦਾਲ ਤੇ ਅਣਚੋਪੜੇ ਪ੍ਰਸ਼ਾਦੇ ਵੇਖ ਕੇ ਉਦਾਸ ਜਿਹੇ ਹੋ ਗਏ। ਥੋੜ੍ਹਾ ਜਿਹਾ ਭੋਜਨ ਮੰਗਿਆ, ਪਰ ਜਦ ਛਕਿਆ ਤਾਂ ਐਸਾ ਆਨੰਦ ਆਇਆ ਕਿ ਵਾਰੀ ਵਾਰੀ ਮੰਗੀ ਜਾਣ, ਜਿਵੇਂ ਕਈ ਦਿਨਾਂ ਦੇ ਭੁੱਖੇ ਹੋਣ। ਲੇਖਕ ਦੇ ਪਿਤਾ ਭਾਈ ਡਰੋਲੀ ਜੀ ਦੱਸਦੇ ਹਨ, ਬਾਬਾ ਜੀ ਨੂੰ ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਮੈਨੂੰ ਹਾਜ਼ਰੀ ਸੇਵਾ ਬਖਸ਼ੋ। ਮੇਰੇ ਚਿੱਤ ਵਿੱਚ ਚਾਹ ਹੈ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਾਂ ਤੇ ਸੇਵਾ ਵੀ ਕਰਾਂ। ਪੁੱਚੋ ਵਾਲਿਆਂ ਬਚਨ ਕੀਤਾ, ਕੌਣ ਕਹਿੰਦਾ ਹੈ ਤੁਸੀਂ ਸਾਥੋਂ ਦੂਰ ਹੋ? ਅਸੀਂ ਆਪ ਤੁਹਾਡੇ ਨੇੜੇ, ਤੁਸੀਂ ਸਾਡੇ ਨੇੜੇ ਤੋਂ ਵੀ ਨੇੜੇ ਹੋ। ਬਾਬਾ ਆਨੰਦ ਸਿੰਘ ਜੀ ਨੇ ਫਿਰ ਬੇਨਤੀ ਕੀਤੀ, ਤੁਹਾਡੇ ਹਰ ਸਮੇਂ ਦਰਸ਼ਨ ਹੁੰਦੇ ਰਹਿਣ। ਆਪ ਜੀ ਦੇ ਸੁੰਦਰ ਸਰੀਰ ਦੀ ਭੱਜ ਭੱਜ ਇਹਨਾਂ ਹੱਥਾਂ ਨਾਲ ਸੇਵਾ ਕਰਾਂ ਤਾਂ ਜੋ ਹੱਥ ਪੈਰ ਵੀ ਸਫਲ ਹੋ ਜਾਣ। ਲਿਖੀ ਜੀ ਤੁਹਾਡੇ ਅੰਦਰ ਹੀ ਸਭ ਕੁਝ ਹੈ, ਤੁਸੀਂ ਸਭ ਕੁਝ ਕਰ ਲਿਆ ਹੈ, ਤੁਸੀਂ ਸਭ ਕੁਝ ਹੋ, ਸਭ ਤੋਂ ਉੱਪਰ ਹੋ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ। ਸ਼੍ਰੀ ਰਾਗ ਮਹੱਲਾ 5ਵਾਂ ਅੰਗ 48। ਗਿਆਨ ਧਿਆਨ ਜੋਗ ਜੁਗਤ ਮੁਕਤ ਭੁਗਤ ਸਭ ਤੋਂ ਉੱਪਰ ਹੋ। ਇਸ ਤਰ੍ਹਾਂ ਸਭ ਤਰ੍ਹਾਂ ਦੀ ਪ੍ਰਸੰਨਤਾ ਬਖਸ਼ ਕੇ ਲਹਿਰੇ ਖਾਨੇ ਵੱਲ ਤੋਰ ਦਿੱਤਾ ਤੇ ਇੱਕ ਅਖੰਡ ਪਾਠ ਸਾਹਿਬ ਕਰਵਾਉਣ ਦੀ ਤਾਕੀਦ ਕੀਤੀ। ਸਾਖੀ ਸੰਪੂਰਨ। ਚੋਰ ਅੰਨਾ ਹੋ ਗਿਆ। ਸ੍ਰਿਸ਼ਟੀ ਦੇ ਸਿਰਜਣਹਾਰ ਹਰ ਜੀਵ ਦੀ ਤਕਦੀਰ ਦੇ ਬਾਨੀ ਹਨ। ਤਕਦੀਰ ਦੇ ਹਰ ਲਫ਼ਜ਼ ਪੜ੍ਹਨ ਦੀ ਸਮਰੱਥਾ ਹੈ ਮਹਾਂਪੁਰਖਾਂ ਵਿੱਚ। ਮਨ ਜੋ ਪ੍ਰਭੂ ਦੇ ਭਗਤਾਂ ਦੇ ਵੱਸ ਹੈ, ਉਹਦੇ ਅੰਦਰ ਉੱਠਦੇ ਸਿਰਨਾਵੇਂ ਮਹਾਂਪੁਰਖ ਦੂਰੋਂ ਹੀ ਪੜ੍ਹ ਲੈਂਦੇ ਹਨ। ਹਰ ਇੱਕ ਦੇ ਘੱਟ ਘੱਟ ਦੀ ਜਾਣੂ ਹੁੰਦੇ ਹਨ। ਮੁੰਸ਼ੀ ਬਾਬਾ ਜੀ ਦਾ ਸੇਵਾਦਾਰ ਸੇਵਾ ਕਰਦਾ ਰਹਿੰਦਾ ਸੀ। ਇੱਕ ਦਿਨ ਬਾਬਾ ਜੀ ਦੀ ਹਜ਼ੂਰੀ ਵਿੱਚੋਂ ਕੁਝ ਮਾਇਆ ਹੱਥ ਲੱਗ ਗਈ ਤਾਂ ਇਹਨੇ ਚੁੱਕ ਲਈ।
ਮਨ ਵਿੱਚ ਲਾਲਚ ਆ ਜਾਵੇ ਤਾਂ ਥੋੜ੍ਹੇ ਪਿੱਛੇ ਹੀ ਬੇਈਮਾਨੀ ਹੋ ਜਾਂਦੀ ਹੈ। ਜੇ ਨਾ ਹੋਵੇ ਤਾਂ ਲੱਖਾਂ ਦੀ ਪਰਵਾਹ ਨਾ ਕਰੇ। ਫਰਮਾਨ ਹੈ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਅੰਗ 1160। 25 ਰੁਪਏ 'ਤੇ ਮਨ ਭਰਮ ਗਿਆ। ਪੈਸੇ ਚੁੱਕ ਕੇ ਪਿੰਡ ਨੂੰ ਤੁਰ ਪਿਆ। ਤੁਰਦਾ ਤੁਰਦਾ ਪੁੱਚੋ ਦੀ ਹੱਦ ਟੱਪਣ ਲੱਗਾ ਤਾਂ ਇਉਂ ਮਾਲੂਮ ਹੋਇਆ ਜਿਵੇਂ ਨਜ਼ਰ ਬੰਦ ਹੋ ਗਈ ਹੋਵੇ। ਹੈਰਾਨ ਜਿਹਾ ਹੋ ਕੇ ਰੁਕ ਗਿਆ। ਪਿੱਛੇ ਮੁੜ ਕੇ ਵੇਖੇ ਤਾਂ ਸਭ ਕੁਝ ਦਿਸਣ ਲੱਗ ਜਾਏ, ਅੱਗੇ ਕੁਝ ਨਾ ਦਿਸੇ। ਇਸ ਤਰ੍ਹਾਂ ਕਈ ਵਾਰ ਹੋਇਆ। ਆਖਰ ਪਿੱਛੇ ਮੁੜ ਪਿਆ। ਪਿੰਡ ਦੇ ਹੀ ਰਜਵਾਹਾ ਜੋੜਿਆਂ ਵਾਲ 'ਤੇ ਪਹੁੰਚ ਗਿਆ। ਉਹਦੀ ਜਾਣ ਪਛਾਣ ਵਾਲਾ ਨੰਬਰਦਾਰ ਲਾਲ ਸਿੰਘ ਉੱਥੇ ਹਾੜੀ ਦੀ ਵਾਢੀ ਕਰ ਰਿਹਾ ਸੀ। ਉੱਥੇ ਬੈਠ ਕੇ ਉਹਦੇ ਨਾਲ ਲਾਲ ਸਿੰਘ ਨੂੰ ਸਾਰੀ ਵਿਥਿਆ ਸੁਣਾ ਦਿੱਤੀ। ਮੈਂ ਬੜੀ ਗਲਤੀ ਕੀਤੀ ਹੈ, ਪੈਸੇ ਚੋਰੀ ਕਰਕੇ ਲੈ ਚੱਲਿਆ ਹਾਂ। ਬਾਬਾ ਜੀ ਨੇ ਐਸੀ ਕਰਾਮਾਤ ਦਿਖਾਈ, ਅੱਗੇ ਜਾਂਦਾ ਹਾਂ ਤਾਂ ਕੁਝ ਨਜ਼ਰ ਨਹੀਂ ਆਉਂਦਾ, ਪਿੱਛੇ ਜਾਂਦਾ ਹਾਂ ਤਾਂ ਦਿਸਣ ਲੱਗ ਜਾਂਦਾ ਹੈ। ਇਹ ਪੈਸੇ ਤੂੰ ਬਾਬਾ ਜੀ ਕੋਲ ਪਹੁੰਚਾ ਦੇਵੀਂ। ਲਾਲ ਸਿੰਘ ਨੇ ਕਿਹਾ, ਮੁੰਸ਼ੀ ਤੂੰ ਡਰਨਾ, ਮੈਂ ਤੇਰੇ ਨਾਲ ਚੱਲ ਕੇ ਤੈਨੂੰ ਮਾਫੀ ਲਈ ਬੇਨਤੀ ਕਰ ਦਿੰਦਾ ਹਾਂ। ਮਹਾਂਪੁਰਖ ਦਿਆਲੂ ਹੁੰਦੇ ਹਨ, ਉਹ ਤੈਨੂੰ ਜ਼ਰੂਰ ਮਾਫ ਕਰ ਦੇਣਗੇ, ਗੁਣ ਔਗੁਣ ਨਹੀਂ ਚਿਤਾਰਦੇ। ਲਾਲ ਸਿੰਘ, ਮੈਨੂੰ ਸ਼ਰਮ ਆ ਰਹੀ ਏ, ਮੈਂ ਬਾਬਾ ਜੀ ਦੇ ਸਾਹਮਣੇ ਨਹੀਂ ਹੋ ਸਕਾਂਗਾ। ਮੇਰੇ ਵਿੱਚ ਇਤਨੀ ਹਿੰਮਤ ਵੀ ਨਹੀਂ ਰਹੀ ਕਿ ਮੈਂ ਜਾ ਕੇ ਮਾਫੀ ਮੰਗ ਸਕਾਂ। ਮੁੰਸ਼ੀ ਨੇ ਤਰਲਾ ਕੀਤਾ। ਐਨੀ ਗੱਲ ਆਖ ਕੇ ਮੁੰਸ਼ੀ ਪੈਸੇ 25 ਰੁਪਏ ਲਾਲ ਸਿੰਘ ਨੂੰ ਫੜਾ ਕੇ ਚਲਾ ਗਿਆ। ਨੰਬਰਦਾਰ ਲਾਲ ਸਿੰਘ ਦੇ ਲੜਕੇ ਪਿਤਾ ਨੂੰ ਹੱਸਣ ਲੱਗੇ। ਆਪਾਂ ਇਹਨਾਂ ਪੈਸਿਆਂ ਦੀ ਹਾੜੀ ਨਾ ਕਟਾ ਲਈਏ, ਦਿਹਾੜੀ ਵਾਲੇ ਲਿਆ ਕੇ, ਬਾਕੀ ਘਿਓ ਲੈ ਕੇ ਖਾ ਲਈਏ। ਲਾਲ ਸਿੰਘ ਕਹਿਣ ਲੱਗਾ, ਪਹਿਲਾਂ ਮੁੰਸ਼ੀ ਸਿੰਘ ਨੇ ਤਾਂ ਘਿਓ ਖਾ ਲਿਆ ਏ, ਹੁਣ ਤੁਸੀਂ ਵੀ ਕੁਝ ਖਾ ਕੇ ਵੇਖਣਾ। ਇਹ ਅਮਾਨਤ ਹੈ, ਮੈਂ ਹੁਣੇ ਦੇ ਕੇ ਆਉਣਾ। ਦਿਨ ਦੇ ਛਿਪਣ ਤੋਂ 1 ਘੰਟਾ ਪਹਿਲਾਂ ਨੰਬਰਦਾਰ ਪੈਸੇ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ। ਨੰਬਰਦਾਰ ਨਮਸਕਾਰ ਕਰਕੇ ਬੈਠ ਗਿਆ। ਬਾਬਾ ਜੀ ਨੇ ਬਚਨ ਕੀਤਾ, ਆਓ ਨੰਬਰਦਾਰ ਜੀ, ਅੱਜ ਕਿਸ ਤਰ੍ਹਾਂ ਦਰਸ਼ਨ ਹੋਏ। ਨੰਬਰਦਾਰ ਨੇ ਮੁੰਸ਼ੀ ਸਿੰਘ ਦੀ ਸਾਰੀ ਕਹਾਣੀ ਸੁਣਾ ਦਿੱਤੀ। ਜੋ 25 ਰੁਪਏ ਉਹ ਲੈ ਕੇ ਗਿਆ ਸੀ, ਉਹ ਮੈਨੂੰ ਫੜਾ ਕੇ ਕਹਿ ਗਿਆ ਏ ਕਿ ਬਾਬਾ ਜੀ ਪਾਸ ਪਹੁੰਚਾ ਦੇਣੇ। ਮੈਂ ਇਹ ਪੈਸੇ ਦੇਣ ਆਇਆ ਹਾਂ, ਆਪਣੀ ਅਮਾਨਤ ਸਾਂਭ ਲਵੋ। ਮੈਂ ਉਹਨੂੰ ਬਹੁਤ ਕਿਹਾ, ਤੂੰ ਨਾਲ ਚੱਲ, ਤੈਨੂੰ ਮਾਫੀ ਦੇ ਦੇਣਗੇ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਤੁਸੀਂ ਹਾੜੀ ਵੱਢ ਲੈਂਦੇ, ਮੁੰਡਿਆਂ ਨੂੰ ਘਿਓ ਲੈ ਦਿੰਦੇ। ਮਹਾਰਾਜ ਮਾਫ ਕਰੋ, ਮੁੰਡਿਆਂ ਨੇ ਮਜ਼ਾਕ ਵਿੱਚ ਗੱਲ ਕਹੀ ਸੀ। ਇਹ ਬੇਨਤੀ ਕਰਕੇ ਲਾਲ ਸਿੰਘ ਆਗਿਆ ਲੈ ਕੇ ਘਰ ਚਲਾ ਗਿਆ। ਦੂਸਰੀ ਸਾਖੀ। ਹਜੂਰ ਬਾਬਾ ਜੀ ਦੇ ਚੋਲਾ ਤਿਆਗ ਜਾਣ ਤੋਂ ਬਾਅਦ ਡਾਲੀ ਦੀ ਸੇਵਾ ਨੀਲਾ ਸਿੰਘ ਕਰਦਾ ਹੁੰਦਾ ਸੀ। ਇੱਕ ਬੱਗੇ ਰੰਗ ਦਾ ਸਾਨ ਟੱਠਾ ਹੁੰਦਾ ਸੀ। ਹਜੂਰ ਉਹਦੀ ਸੇਵਾ ਆਪਣੀ ਦੇਖ ਰੇਖ ਵਿੱਚ ਕਰਵਾਉਂਦੇ ਸਨ। ਇੱਕ ਦਿਨ ਸੇਵਕ ਪੁੱਛ ਬੈਠੇ, ਮਹਾਰਾਜ ਇਹਦੀ ਇੰਨੀ ਸੇਵਾ ਕਿਉਂ ਕਰਵਾਉਂਦੇ ਹੋ? ਤਾਂ ਉੱਤਰ ਦਿੰਦੇ ਹਨ, ਭਾਈ ਇਹ ਕਿਸੇ ਸਮੇਂ ਸਾਡਾ ਭਾਈ ਹੁੰਦਾ ਸੀ, ਹੁਣ ਇਹਦੀ ਕਲਿਆਣ ਕਰਨੀ ਹੈ। ਸਾਖੀ ਦੂਜੀ। ਇੱਕ ਵਾਰ ਗਰਮੀ ਦੀ ਰੁੱਤ ਵਿੱਚ ਦੁੱਧ ਦੀ ਬਹੁਤ ਕਮੀ ਹੋ ਗਈ। ਹਜੂਰ ਨੇ ਨੀਲਾ ਸਿੰਘ ਤੇ ਹੋਰ ਸੰਗਤ ਨੂੰ ਬੱਕਰੀਆਂ ਦਾ ਦੁੱਧ ਕਢਵਾ ਕੇ ਲੈ ਆਉਣ ਦਾ ਹੁਕਮ ਦਿੱਤਾ। ਪੈਸੇ ਦੇ ਕੇ ਸੇਵਕਾਂ ਨੂੰ ਭੇਜਣਾ ਤਾਂ ਬੱਕਰੀਆਂ ਵਾਲਿਆਂ ਨੇ ਪੈਸੇ ਨਾ ਲੈਣੇ। ਫਿਰ ਹੁਕਮ ਦਿੱਤਾ, ਜਿੰਨਾ ਦੁੱਧ ਤੁਸੀਂ ਆਪ ਦਿਓਗੇ ਉਹਦੇ ਪੈਸੇ ਨਾ ਲਓ, ਪਰ ਜਿਹੜਾ ਅਸੀਂ ਮੰਗ ਕੇ ਲਵਾਂਗੇ ਉਹਦੇ ਪੈਸੇ ਲੈਣੇ ਪੈਣਗੇ। ਤੀਸਰੀ। ਇੱਕ ਵਾਰ ਕੁਝ ਪ੍ਰੇਮੀ ਸੰਗਤ ਵਿੱਚ ਬੈਠੇ ਸਨ। ਕਾਫੀ ਗਰਮੀ ਸੀ, ਹਵਾ ਬਿਲਕੁਲ ਬੰਦ ਹੋ ਗਈ। ਕਹਿਣ ਲੱਗੇ, ਮਹਾਰਾਜ ਅੱਜ ਹਵਾ ਬੰਦ ਹੈ। ਅੱਗੋਂ ਕਹਿਣ ਲੱਗੇ, ਜੇ ਚਾਹੁੰਦੇ ਹੋ ਤਾਂ ਹਨੇਰੀ ਚਲਾ ਦਈਏ। ਹੁਕਮ ਦਿੱਤਾ, ਸਾਰੇ ਪੁਰਾਣੇ ਕੱਪੜੇ ਤੇ ਸਮਾਨ ਬਾਹਰ ਕੱਢੋ। ਹੁਕਮ ਅਨੁਸਾਰ ਸਮਾਨ ਬਾਹਰ ਕੱਢਿਆ ਤਾਂ ਹਨੇਰੀ ਚੱਲ ਪਈ। ਫਿਰ ਸਾਰਾ ਸਮਾਨ ਅੰਦਰ ਰਖਵਾ ਦਿੱਤਾ ਤਾਂ ਹਨੇਰੀ ਬੰਦ ਹੋ ਗਈ। ਇਹੋ ਜਿਹੇ ਕੌਤਕ ਕਰਦੇ ਸਨ, ਪਰ ਆਪਣਾ ਭੇਦ ਕਿਸੇ ਨੂੰ ਨਹੀਂ ਲੱਗਣ ਦਿੱਤਾ। ਸਬਰ ਅੰਦਰ ਸਾਬਰੀ ਤਨ ਐਵੇਂ ਜਾਲੇਨ, ਹੋਣ ਨਜੀਕੀ ਖੁਦਾਏ ਦੇ ਭੇਤ ਨਾ ਕਿਸੇ ਦੇਣ। ਇਹ ਬਚਨ ਚੰਦਾ ਸਿੰਘ ਤੋਂ ਪ੍ਰਾਪਤ ਹੋਏ ਨੇ। ਸਾਖੀ ਸੰਪੂਰਨ। ਕਰਨ ਨਾਲੋਂ ਜਰਨਾ ਵੱਡਾ ਹੈ। ਮਹਾਂਪੁਰਖਾਂ ਦੇ ਹੁਕਮ ਵਿੱਚ ਰਹਿਣਾ ਮਨੁੱਖ ਦੇ ਭਲੇ ਲਈ ਚਾਰ ਦੀਵਾਰੀ ਹੈ। ਲਛਮਣ ਰੇਖਾ ਪਾਰ ਕੀਤੀ ਸੀਤਾ ਨੇ ਤਾਂ ਸੋਨੇ ਦੀ ਲੰਕਾ ਦਾ ਨਾਸ ਹੋਇਆ।
ਆਉਣ ਵਾਲੇ ਹਰ ਪਲ ਦੇ ਜਾਚਕ ਮਨੁੱਖ ਦੇ ਭਲੇ ਲਈ ਹੁਕਮ ਦੀ ਵਾੜ ਕਰਦੇ ਹਨ। ਹੁਕਮ ਦੀ ਉਲੰਘਣਾ ਕਸ਼ਟ ਨੂੰ ਬੁਲਾਵਾ ਦੇਣਾ। ਭਾਈ ਵੀਰ ਸਿੰਘ ਬਾਬਾ ਜੀ ਦਾ ਇੱਕ ਸੇਵਕ ਸੀ। ਤਨ ਮਨ ਧਨ ਕਰਕੇ ਸੇਵਾ ਕਰਦਾ ਸੀ। ਘਰ ਵਿੱਚ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ। ਪਿਛਲਾ ਪਿੰਡ ਸੇਮਾ ਸੀ, ਪਰ ਹੁਣ ਰਿਹਾਇਸ਼ ਮਾਹੂਆਣੇ ਨਗਰ ਵਿੱਚ ਸੀ। ਇੱਕ ਵਾਰ ਉਹ ਸੇਵਾ ਵਿੱਚ ਹਾਜ਼ਰ ਬੈਠੇ ਸੀ। ਬਾਬਾ ਜੀ ਪ੍ਰਸੰਨ ਬੈਠੇ ਸਨ। ਹਜ਼ੂਰ ਨੇ ਵੀਰ ਸਿੰਘ ਨੂੰ ਪੁੱਛਿਆ, ਕੋਈ ਹੋਰ ਤਾਂ ਨਹੀਂ ਹੈ? ਉਹਨੇ ਆਸੇ ਪਾਸੇ ਵੇਖ ਕੇ ਕਿਹਾ, ਮਹਾਰਾਜ ਹੋਰ ਕੋਈ ਨਹੀਂ ਹੈ। ਫਿਰ ਉਹਨੂੰ ਨੇੜੇ ਕਰਕੇ ਇੱਕ ਸ਼ਬਦ ਦੱਸਿਆ ਤੇ ਸਾਰੀ ਜੁਗਤੀ ਦੱਸੀ ਕਿ ਕਿਸ ਤਰੀਕੇ ਪਾਠ ਕਰਨਾ ਹੈ। ਇਹ ਸਭ ਸਮਝਾ ਕੇ ਬਚਨ ਕੀਤਾ, ਇਹਦੇ ਪਾਠ ਕਰਨ ਨਾਲ ਮੁਰਦੇ ਵਿੱਚ ਵੀ ਜਾਨ ਪੈ ਜਾਂਦੀ ਹੈ। ਇਹਨੂੰ ਸਾਂਭ ਕੇ ਰੱਖਣਾ, ਵਰਤਣਾ ਨਹੀਂ। ਇਹ ਬੜੀ ਅਮੋਲਕ ਚੀਜ਼ ਹੈ। ਜਨਮਾਂ ਦੀ ਕਮਾਈ ਬਾਅਦ ਇਹ ਵਸਤੂ ਮਿਲਦੀ ਹੈ। ਇਹਨੂੰ ਵਰਤਣ ਨਾਲ ਨਿਰੰਕਾਰ ਦੇ ਹੁਕਮ ਦੀ ਉਲੰਘਣਾ ਹੁੰਦੀ ਹੈ, ਨਰਕਾਂ ਵਿੱਚ ਜਾਣਾ ਪੈਂਦਾ। ਵੀਰ ਸਿੰਘ ਨੇ 7 ਬਚਨ ਕਹਿ ਕੇ ਮੱਥਾ ਟੇਕਿਆ। ਕੁਝ ਦਿਨਾਂ ਬਾਅਦ ਆਗਿਆ ਲੈ ਕੇ ਘਰ ਚਲਾ ਗਿਆ। ਕੁਝ ਸਮੇਂ ਬਾਅਦ ਇੱਕ ਜੰਝ ਇਹਦੇ ਪਿੰਡ ਤੋਂ ਵਿਆਹੁਣ ਵਾਸਤੇ ਜਾ ਰਹੀ ਸੀ। ਵੀਰ ਸਿੰਘ ਵੀ ਬਰਾਤ ਵਿੱਚ ਸ਼ਾਮਲ ਸੀ। ਉਸ ਸਮੇਂ ਬਰਾਤ ਘੋੜੇ, ਰੱਥ, ਬੈਲ ਗੱਡੀਆਂ ਤੇ ਊਠਾਂ ਉੱਪਰ ਜਾਂਦੀ ਹੁੰਦੀ ਸੀ। ਇੱਕ ਪਿੰਡ ਵਿੱਚੋਂ ਬਰਾਤ ਲੰਘ ਰਹੀ ਸੀ ਤਾਂ ਕੀ ਵੇਖਿਆ ਕਿ ਇੱਕ ਘਰ ਵਿੱਚ ਇਕੱਠ ਹੋਇਆ ਤੇ ਰੋਣ ਪਿੱਟਣ ਦੀ ਆਵਾਜ਼ ਆ ਰਹੀ ਹੈ। ਵੀਰ ਸਿੰਘ ਨੇ ਪੁੱਛਿਆ, ਇਹ ਕੀ ਹੋ ਗਿਆ ਹੈ? ਤਾਂ ਘਰ ਬੈਠੇ ਆਦਮੀਆਂ ਨੇ ਦੱਸਿਆ, ਘਰ ਦਾ ਇਕਲੌਤਾ ਪੁੱਤ ਮਰ ਗਿਆ ਹੈ, ਜੋ ਅਜੇ ਕੁਆਰਾ ਸੀ। ਵੀਰ ਸਿੰਘ ਨੇ ਸੱਥ ਵਿੱਚ ਬੈਠੇ ਆਦਮੀਆਂ ਨੂੰ ਨਾਲ ਲਿਆ ਤੇ ਉਸ ਮਰਨ ਵਾਲੇ ਦੇ ਘਰ ਚਲੇ ਗਏ। ਭਾਈ ਵੀਰ ਜੀ ਨੇ ਰੋਣ ਵਾਲਿਆਂ ਨੂੰ ਚੁੱਪ ਕਰਨ ਦਾ ਆਦੇਸ਼ ਦਿੱਤਾ। ਵਾਹਿਗੁਰੂ ਜਪਣ ਦਾ ਹੁਕਮ ਦਿੱਤਾ। ਆਪਣੇ ਇਸ਼ਨਾਨ ਲਈ ਪਾਣੀ ਮੰਗਵਾ ਲਿਆ। ਭਾਈ ਵੀਰ ਸਿੰਘ ਨੇ ਇਸ਼ਨਾਨ ਕੀਤਾ। ਇੱਕ ਜਲਦਾ ਗੜਵਾ ਮੰਗਵਾ ਕੇ ਮੂੰਹ ਸਿਰ ਢੱਕ ਕੇ ਚੱਦਰ ਦੀ ਬੁੱਕਲ ਮਾਰ ਕੇ ਮ੍ਰਿਤਕ ਕੋਲ ਬੈਠ ਗਏ। ਬਾਬਾ ਜੀ ਦੇ ਦੱਸੇ ਹੋਏ ਸ਼ਬਦ ਦਾ ਜਾਪ ਕੀਤਾ। ਮਰਿਆਦਾ ਪੂਰੀ ਕਰਨ ਉਪਰੰਤ ਮ੍ਰਿਤਕ ਦੇ ਮੂੰਹ ਵਿੱਚ ਜਲ ਪਾਇਆ ਤੇ ਉਹਦੇ ਸਰੀਰ ਤੇ ਛਿੱਟੇ ਮਾਰੇ। ਮਹਾਂਪੁਰਖਾਂ ਦੇ ਦਿੱਤੇ ਸ਼ਬਦ ਨਾਲ ਸਫਲਤਾ ਤਾਂ ਮਿਲਣੀ ਹੀ ਸੀ। ਉਹ ਨੌਜਵਾਨ ਵਾਹਿਗੁਰੂ ਵਾਹਿਗੁਰੂ ਜਪਦਾ ਉੱਠ ਕੇ ਬੈਠ ਗਿਆ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਪਰੰਤ ਵੀਰ ਸਿੰਘ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ, ਜੋ ਕਿ ਅਸਹਿ ਸੀ। ਮਿੰਟ ਬਾਅਦ ਵੱਧ ਰਹੀ ਸੀ। ਵੀਰ ਸਿੰਘ ਦੀ ਹਾਲਤ ਵੇਖ ਕੇ ਬਰਾਤੀਆਂ ਨੇ ਪੁੱਛਿਆ, ਤੈਨੂੰ ਕੀ ਹੋ ਗਿਆ ਹੈ? ਉਹਦੇ ਮੂੰਹੋਂ ਇਹੋ ਹੀ ਨਿਕਲਿਆ, ਛੇਤੀ ਕਰੋ, ਮੇਰੀ ਘੋੜੀ ਲਿਆਓ, ਮੇਰਾ ਸਰੀਰ ਸੜ ਰਿਹਾ ਹੈ। ਘੋੜੀ ਉੱਤੇ ਸਵਾਰ ਹੋ ਕੇ ਤੇਜ਼ੀ ਨਾਲ ਬੜੀ ਮੁਸ਼ਕਲ ਨਾਲ ਬਾਬਾ ਜੀ ਤੱਕ ਪੜਿਆ। ਘੋੜੀ ਜੰਡ ਨਾਲ ਬੰਨੀ ਤੇ ਭੱਜ ਕੇ ਟਿੱਲੇ ਉੱਪਰ ਚੜ੍ਹ ਗਿਆ। ਹਜ਼ੂਰ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੇ ਹਾਲ। ਸਮਰੱਥ ਬਾਬਾ ਜੀ ਨੇ ਹਾਲਤ ਵੇਖ ਕੇ ਸਿਰ ਤੇ ਹੱਥ ਰੱਖ ਦਿੱਤਾ। ਸਰੀਰ ਨੂੰ ਸ਼ਾਂਤੀ ਆਈ ਤਾਂ ਹਜ਼ੂਰ ਨੇ ਬਚਨ ਕੀਤਾ, ਵੀਰ ਸਿੰਘਾ, ਪਾ ਲਿਆ ਸੇਵੀਆਂ ਵਿੱਚ ਲੂਣ, ਨਾ ਰਹਿ ਸਕਿਆ, ਤੇਰੇ ਕੋਲੋਂ ਜਰੀ ਨਾ ਗਈ। ਵੀਰ ਸਿੰਘ ਚਰਨਾਂ ਤੇ ਢੇਰੀ ਹੋ ਗਿਆ। ਬੇਨਤੀ ਕੀਤੀ, ਮਹਾਰਾਜ ਮੇਰਾ ਸਰੀਰ ਸੜ ਰਿਹਾ ਹੈ, ਮੇਰੇ ਤੇ ਕਿਰਪਾ ਕਰੋ। ਹਜ਼ੂਰ ਨੇ ਬਚਨ ਕੀਤਾ, ਹੁਣ ਤੈਨੂੰ ਕੁਝ ਨਹੀਂ ਹੋਣ ਲੱਗਿਆ, ਤੂੰ ਬਚ ਗਿਆ ਹੈ, ਕਿਉਂਕਿ ਤੂੰ ਸਾਡੇ ਪਾਸ ਆ ਗਿਆ ਹੈ। ਤੂੰ ਚੰਗਾ ਨਹੀਂ ਕੀਤਾ, ਬਹੁਤ ਮਾੜਾ ਕਰ ਲਿਆ ਹੈ। ਫਿਰ ਹਜ਼ੂਰ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਜਲ ਛਕਾਇਆ। ਵਾਹਿਗੁਰੂ ਜਪਣ ਵਿੱਚ ਲਾਇਆ। ਤਨ ਮਨ ਦੀ ਸੜਨ ਖਤਮ ਹੋ ਗਈ। ਮਹਾਂ ਤਪਤ ਤੇ ਭਈ ਸ਼ਾਂਤ, ਪਰ ਸਤ ਪਾਪ ਨਾਠੇ। ਕੁਝ ਦਿਨ ਹਜ਼ੂਰ ਨੇ ਆਪਣੇ ਪਾਸ ਰੱਖਿਆ। ਇੱਕ ਦਿਨ ਆਗਿਆ ਮੰਗੀ ਤੇ ਛੁੱਟੀ ਦਿੱਤੀ ਤੇ ਹੁਕਮ ਕੀਤਾ, ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਕਰਨਾ। ਇੱਕ ਵਾਰ ਤੈਨੂੰ ਸੇਵਕ ਜਾਣ ਕੇ ਬਖਸ਼ ਦਿੱਤਾ ਹੈ। ਘਰ ਜਾ ਕੇ ਇੱਕ ਅਖੰਡ ਪਾਠ ਤੇ ਯੱਗ ਕਰਨਾ। ਵੀਰ ਸਿੰਘ 7 ਬਚਨ ਕਹਿ ਕੇ ਆਗਿਆ ਲੈ ਕੇ ਚਲਾ ਗਿਆ। ਘਰ ਪਹੁੰਚ ਕੇ ਹੁਕਮ ਅਨੁਸਾਰ ਇੱਕ ਅਖੰਡ ਪਾਠ ਕਰਵਾਇਆ ਤੇ ਯੱਗ ਕੀਤਾ। ਸਾਰੇ ਪਿੰਡ ਨੂੰ ਭੋਜਨ ਛਕਾਇਆ। ਕੁਝ ਸਮੇਂ ਬਾਅਦ ਅਚਾਨਕ ਉਹਦਾ ਲੜਕਾ ਪਰਲੋਕ ਸਦਾਰ ਗਿਆ। ਵੀਰ ਸਿੰਘ ਨੇ ਅਕਾਲ ਪੁਰਖ ਦੇ ਭਾਣੇ ਨੂੰ ਪ੍ਰਤੱਖ ਜਾਣ ਲਿਆ ਤੇ ਸਿਰ ਝੁਕਾ ਕੇ ਮੰਨਿਆ। ਆਪਣੇ ਲੜਕੇ ਦਾ ਸੰਸਕਾਰ ਕਰਾਉਣ ਸ਼ਮਸ਼ਾਨ ਘਾਟ ਨਹੀਂ ਗਿਆ। ਆਪਣੇ ਕਮਰੇ ਵਿੱਚ ਇਕੱਲਾ ਹੀ ਬੈਠਾ ਰਿਹਾ। ਬਾਅਦ ਵਿੱਚ ਅਖੀਰ ਤੱਕ ਵੀਰ ਸਿੰਘ ਹਜ਼ੂਰ ਦੀ ਸੇਵਾ ਕਰਦਾ ਰਿਹਾ। ਹਜ਼ੂਰ ਦੇ ਹੁਕਮ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ।
ਸਾਖੀ ਸੰਪੂਰਨ।